हाँ जी, गुरु स्टडी पॉइंट ਤੇ ਆਪ ਜੀ ਦਾ ਸਵਾਗਤ ਹੈ ਜੀ। ਲੈ ਕੇ ਆਏ ਹਾਂ ਲੈਕਚਰ ਐਸਐਸਟੀ ਮਾਸਟਰ ਕੇਡਰ ਦੇ ਨਾਲ ਸੰਬੰਧਿਤ ਪੋਲੀਟੀਕਲ ਸਾਇੰਸ ਦਾ ਆਪਣਾ ਇਹ ਲੈਕਚਰ 9 ਨੰਬਰ ਲੈਕਚਰ ਹੈ ਜੀ। ਸੋ ਦੋਸਤੋ, ਤੁਹਾਨੂੰ ਸਾਰਿਆਂ ਨੂੰ ਪਤਾ ਮਾਸਟਰ ਕੇਡਰ ਦੀਆਂ ਲਗਭਗ 4000 ਪੋਸਟਾਂ ਆਈਆਂ ਹੋਈਆਂ ਨੇ ਵੱਖ-ਵੱਖ ਵਿਸ਼ਿਆਂ ਦੀਆਂ, ਤੇ ਹੁਣ ਇਹਨਾਂ ਪੋਸਟਾਂ ਦੇ ਵਿੱਚ ਵਾਧਾ ਹੋ ਸਕਦਾ ਹੈਗਾ। ਐਸਐਸਟੀ ਤੇ ਹਿੰਦੀ ਦੀਆਂ ਪੋਸਟਾਂ ਦੇ ਵਿੱਚ ਖਾਸ ਕਰਕੇ ਯੂਨੀਅਨ ਵੱਲੋਂ ਅਪਰੋਚ ਕੀਤੀ ਜਾ ਰਹੀ ਹੈ। ਸਿੱਖਿਆ ਮੰਤਰੀ ਨੂੰ ਮਿਲਿਆ ਗਿਆ ਹੈਗਾ ਪਿਛਲੇ ਦਿਨਾਂ ਦੇ ਵਿੱਚ, ਤੇ ਅੱਗੇ ਹੋਰ ਵੀ ਯੋਜਨਾਵਾਂ ਹੈਗੀਆਂ ਨੇ। ਮਤਲਬ ਚਾਂਸ ਲੱਗਦੇ ਨੇ ਵੀ ਐਸਐਸਟੀ ਮਾਸਟਰ ਕੇਡਰ ਦੀਆਂ ਜਾਂ ਹਿੰਦੀ ਦੀਆਂ ਇਹ ਪੋਸਟਾਂ ਵਿਸ਼ਿਆਂ ਦੀਆਂ ਪੋਸਟਾਂ ਵੱਧ ਜਾਣਗੀਆਂ। ਸੋ ਇਹਦੀ ਜਿਹੜੀ ਡੇਟ ਅਪਲਾਈ ਕਰਨ ਦੀ ਉਹ 20 ਅਪ੍ਰੈਲ ਹੈਗੀ। ਸਾਰੇ ਵਿਸ਼ਿਆਂ ਦੀ ਜਿਵੇਂ ਮਾਸਟਰ ਕੇਡਰ ਦੀਆਂ ਪੋਸਟਾਂ ਆਈਆਂ ਹੋਈਆਂ ਨੇ, ਸੋ ਤੁਸੀਂ ਅਪਲਾਈ ਕਰ ਸਕਦੇ ਹੋ। ਟੈਟ ਦਾ ਰਿਜ਼ਲਟ ਜਲਦੀ ਆਉਣ ਵਾਲਾ, ਇਹਦੀ ਸੰਭਾਵਨਾ ਹੈਗੀ ਹੈ ਟੈਟ ਦਾ ਰਿਜ਼ਲਟ ਜਲਦੀ ਆਵੇਗਾ। ਜਿਹੜੇ ਪੇਪਰ ਨੂੰ ਟੈਟ ਨੂੰ ਪਾਸ ਕਰਨਗੇ ਉਹ ਅੱਗੇ ਅਪਲਾਈ ਕਰ ਸਕਣਗੇ 20 ਅਪ੍ਰੈਲ ਤੱਕ। ਸੋ 9 ਨੰਬਰ ਲੈਕਚਰ ਪੋਲੀਟੀਕਲ ਸਾਇੰਸ ਦਾ ਹੈਗਾ ਜੀ। ਸ਼ੁਰੂ ਕਰੀਏ। ਆਪਾਂ ਨਾ ਇੱਕ ਪਿਛਲੇ ਲੈਕਚਰ ਦੇ ਵਿੱਚ ਥੋੜ੍ਹੀ ਜਿਹੀ ਗਲਤੀ ਕਰ ਗਏ ਸੀਗੇ। ਲੋਕ ਸਭਾ ਦਾ ਸਪੀਕਰ ਆਪਾਂ ਲਿਖਾ ਗਏ ਸੀ ਤੁਹਾਨੂੰ ਅਰਵਿੰਦ ਬੋਬੜੇ, ਹਾਲਾਂਕਿ ਓਮ ਬਿਰਲਾ ਜਿਹੜਾ ਆਪਾਂ ਤੁਹਾਨੂੰ ਨੋਟ ਕਰਵਾ ਦਈਏ ਇੱਥੇ, ਓਮ ਬਿਰਲਾ ਸਪੀਕਰ ਹੈ ਜਿਹੜਾ ਹੁਣ ਮੌਜੂਦਾ ਲੋਕ ਸਭਾ ਦਾ, ਓਮ ਬਿਰਲਾ ਉਹਨਾਂ ਦਾ ਨਾਂ ਜੀ। ਸੋ ਇੱਥੇ ਆਪਾਂ ਗਲਤੀ ਕਰ ਗਏ ਸੀ ਥੋੜ੍ਹੀ ਜਿਹੀ, ਕਈ ਵਾਰ ਦਿਮਾਗ 'ਚ ਕੁਛ ਹੋਰ ਚੱਲੀ ਜਾਂਦਾ ਰਹਿੰਦਾ ਹੈ ਨਾ, ਸੋ ਧਿਆਨ 'ਚ ਨਹੀਂ ਰਿਹਾ। ਜਿਹੜਾ ਅਰਵਿੰਦ ਬੋਬੜੇ ਲਿਖਾਇਆ ਸੀ ਉਹ ਸੁਪਰੀਮ ਕੋਰਟ ਦੇ ਜੱਜ ਨੇ ਜੀ। ਸੋ ਓਮ ਬਿਰਲਾ ਤੁਸੀਂ ਨੋਟ ਕਰ ਲਿਓ। ਪਿਛਲੇ ਲੈਕਚਰ ਦੇ ਵਿੱਚ 8 ਨੰਬਰ ਲੈਕਚਰ ਦੇ ਵਿੱਚ ਸ਼ਾਇਦ ਆਪਾਂ ਤੋਂ ਇਹ ਗਲਤੀ ਹੋਈ ਸੀ। ਸੋ ਕਈ ਸਾਥੀਆਂ ਨੇ ਕਮੈਂਟ ਕਰਕੇ ਮੈਸੇਜ ਕਰਕੇ ਮੈਨੂੰ ਨੋਟ ਕਰਵਾਇਆ ਵੀ ਇੱਥੇ ਗਲਤੀ ਹੋ ਗਈ ਜੀ। ਚਲੋ ਬਹੁਤ ਧੰਨਵਾਦ, ਇਸ ਤਰ੍ਹਾਂ ਨੋਟ ਕਰਵਾ ਦਿਆ ਕਰੋ, ਕਈ ਵਾਰ ਹੋ ਜਾਂਦਾ ਇੱਦਾਂ ਹੈ ਨਾ। ਸੋ ਸ਼ੁਰੂ ਕਰੀਏ। ਅੱਜ ਆਪਾਂ ਰਾਸ਼ਟਰਪਤੀ ਬਾਰੇ ਪੜ੍ਹਾਂਗੇ ਜੀ। ਇੰਪੋਰਟੈਂਟ ਪ੍ਰਸ਼ਨ ਸਾਰੇ ਰਾਸ਼ਟਰਪਤੀ ਦੇ ਬਾਰੇ ਦੇ ਵਿੱਚ ਜਿਹੜੇ ਵਧੀਆ ਪ੍ਰਸ਼ਨ ਬਣਦੇ ਨੇ ਉਹ ਸਾਰੇ ਆਪਾਂ ਅੱਜ ਕਰਨ ਦੀ ਕੋਸ਼ਿਸ਼ ਕਰਾਂਗੇ। ਲਗਭਗ 20 ਪ੍ਰਸ਼ਨ ਹੋਣਗੇ। ਸੋ ਸ਼ੁਰੂ ਕਰੀਏ ਜੀ। ਭਾਰਤ ਦਾ ਪਹਿਲਾ ਨਾਗਰਿਕ ਕਿਸ ਨੂੰ ਕਿਹਾ ਜਾਂਦਾ ਹੈ? ਰਾਸ਼ਟਰਪਤੀ ਨੂੰ ਕਿਹਾ ਜਾਂਦਾ ਜੀ। ਭਾਰਤ ਦਾ ਪਹਿਲਾ ਨਾਗਰਿਕ, ਰਾਜ ਦਾ ਪਹਿਲਾ ਨਾਗਰਿਕ ਹੁੰਦਾ ਰਾਜਪਾਲ। ਕਿਸੇ ਜ਼ਿਲ੍ਹੇ ਦਾ ਪਹਿਲਾ ਨਾਗਰਿਕ ਹੁੰਦਾ ਹੈਗਾ ਡਿਪਟੀ ਕਮਿਸ਼ਨਰ, ਡੀਸੀ ਕਹਿ ਦਿੰਦੇ ਆ ਜਿਹਨਾਂ ਨੂੰ। ਸੋ ਰਾਸ਼ਟਰਪਤੀ ਅੱਜ ਕੱਲ੍ਹ ਕੌਣ ਹੈ ਭਾਰਤ ਦੇ ਵਿੱਚ? ਸ੍ਰੀ ਰਾਮਨਾਥ ਕੋਵਿੰਦ। ਇਹ 14ਵੇਂ ਨੇ ਜੀ। ਪੁੱਛ ਲਿਆ ਜਾਂਦਾ ਵੀ ਜਿਹੜੇ ਰਾਮਨਾਥ ਕੋਵਿੰਦ ਨੇ ਭਾਰਤ ਦੇ ਰਾਸ਼ਟਰਪਤੀ ਨੇ ਉਹ ਕਿੰਮੇ ਨੇ? ਸੋ ਦੇਸ਼ ਦੇ 14ਵੇਂ ਰਾਸ਼ਟਰਪਤੀ ਨੇ ਜੀ। ਵੈਂਕਈਆ ਨਾਇਡੂ ਉਪ ਰਾਸ਼ਟਰਪਤੀ ਨੇ। ਸੋ ਇਹ ਧਿਆਨ 'ਚ ਰੱਖਿਓ। ਪਹਿਲੇ ਰਾਸ਼ਟਰਪਤੀ ਕੌਣ ਸੀ? ਡਾਕਟਰ ਰਾਜਿੰਦਰ ਪ੍ਰਸਾਦ ਸੀਗੇ। 24 ਜਨਵਰੀ 1950 ਨੂੰ ਬਣੇ ਸੀ। 24 ਜਨਵਰੀ 1950 ਨੂੰ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਬਣਾਇਆ ਗਿਆ ਸੀ। ਸੋ ਰਾਸ਼ਟਰਪਤੀ ਦੇ ਬਾਰੇ ਦੇ ਵਿੱਚ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਕਿਵੇਂ ਚੁਣਿਆ ਜਾਂਦਾ, ਉਹਨਾਂ ਦੀਆਂ ਕਿਹੜੀਆਂ ਸ਼ਕਤੀਆਂ ਹੁੰਦੀਆਂ ਨੇ, ਇਹਦੇ ਬਾਰੇ ਸੰਵਿਧਾਨ ਦੇ ਵਿੱਚ ਆਰਟੀਕਲ ਦਰਜ ਨੇ 52 ਤੋਂ ਲੈ ਕੇ 62 ਤੱਕ। 52 ਤੋਂ ਲੈ ਕੇ 62 ਤੱਕ ਜਿੰਨੇ ਆਰਟੀਕਲ ਨੇ ਇਹ ਸਾਰੇ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਨੇ। ਸੋ ਰਾਸ਼ਟਰਪਤੀ ਦੇ ਬਾਰੇ 'ਚ ਚੱਲ ਰਹੇ ਹਾਂ ਜੀ ਆਪਾਂ। ਰਾਮਨਾਥ ਕੋਵਿੰਦ ਅੱਜ ਰਾਸ਼ਟਰਪਤੀ ਨੇ ਆਪਣੇ ਭਾਰਤ ਦੇ। 14ਵੇਂ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ। ਪਹਿਲਾ ਰਾਸ਼ਟਰਪਤੀ ਸੀ ਰਾਜਿੰਦਰ ਪ੍ਰਸਾਦ। 24 ਜਨਵਰੀ 1950 ਨੂੰ ਚੁਣਿਆ ਗਿਆ ਸੀ। ਸੋ ਅਗਲਾ ਪ੍ਰਸ਼ਨ ਕਰੀਏ ਜੀ। 2 ਨੰਬਰ, ਰਾਸ਼ਟਰਪਤੀ ਦੀ ਚੋਣ ਵਿੱਚ ਕੌਣ ਭਾਗ ਨਹੀਂ ਲੈਂਦਾ? ਸੋ ਨਹੀਂ ਤੇ ਧਿਆਨ ਰੱਖਣਾ ਜੀ ਤੁਸੀਂ। ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਭਾਗ ਲੈਂਦੇ ਨੇ, ਬਿਲਕੁਲ ਠੀਕ ਹੈ। ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਭਾਗ ਲੈਂਦੇ ਨੇ, ਬਿਲਕੁਲ ਠੀਕ ਹੈ। ਜਿਵੇਂ ਹੁਣ ਆਪਣੇ ਵਿਧਾਨ ਸਭਾ ਦੀਆਂ ਵੋਟਾਂ ਪਈਆਂ ਸੀ, ਇਹਦੇ ਵਿੱਚ ਜਿੰਨੇ ਮਤਲਬ 117 ਮੈਂਬਰ ਜਿੱਤੇ ਨੇ ਉਹ ਰਾਸ਼ਟਰਪਤੀ ਦੀ ਚੋਣ 'ਚ ਭਾਗ ਲੈਣਗੇ। ਦਿੱਲੀ ਅਤੇ ਪਾਂਡੇਚੇਰੀ ਦੇ ਚੁਣੇ ਹੋਏ ਮੈਂਬਰ, ਹਾਂਜੀ ਦਿੱਲੀ ਦੇ ਵਿੱਚੋਂ 3 ਤੇ ਪਾਂਡੇਚੇਰੀ 'ਚੋਂ 1, ਇਹ ਵੀ ਚੁਣੇ ਹੋਏ ਮੈਂਬਰ ਭਾਗ ਲੈਂਦੇ ਨੇ। ਸੰਸਦ, ਰਾਜ ਵਿਧਾਨ ਸਭਾਵਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਨਾਮਜ਼ਦ ਮੈਂਬਰ। ਸੋ ਇੱਥੇ ਜਿਹੜਾ ਇਹ ਪੈ ਗਿਆ ਨਾ ਸ਼ਬਦ, ਇਹ ਸਾਰੇ ਭਾਗ ਨਹੀਂ ਲੈਂਦੇ। ਕੇਂਦਰ ਸ਼ਾਸਤ ਪ੍ਰਦੇਸ਼ ਬਹੁਤ ਸਾਰੇ ਨੇ, ਸਾਰਿਆਂ 'ਚੋਂ ਚੁਣੇ ਹੋਏ ਮੈਂਬਰ ਭਾਗ ਨਹੀਂ ਲੈਂਦੇ। ਸੋ ਆਪਸ਼ਨ ਨੰਬਰ 4 ਸਹੀ ਗਲਤ ਹੈ ਜੀ। ਮਤਲਬ ਪ੍ਰਸ਼ਨ ਦੇ ਮੁਤਾਬਕ ਉੱਤਰ ਠੀਕ ਹੈ, ਪਰ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਇਹ ਗੱਲ ਨਹੀਂ ਆਉਂਦੀ ਸਾਰੀ ਦੀ ਸਾਰੀ। ਸੋ 3 ਨੰਬਰ ਪ੍ਰਸ਼ਨ ਜੀ। ਭਾਰਤ ਦਾ ਮੁਖੀ ਕਿਸ ਨੂੰ ਮੰਨਿਆ ਜਾਂਦਾ ਹੈ? ਰਾਜਪਾਲ ਨੂੰ, ਪ੍ਰਧਾਨ ਮੰਤਰੀ ਨੂੰ, ਰਾਸ਼ਟਰਪਤੀ ਨੂੰ, ਉਪ ਰਾਸ਼ਟਰਪਤੀ ਨੂੰ। ਸੋ ਦੇਖੋ, ਪਹਿਲਾਂ ਆਪਾਂ ਲੋਕ ਸਭਾ ਦਾ ਮੁਖੀ ਤੁਹਾਨੂੰ ਕਰਵਾਇਆ ਸੀ, ਪ੍ਰਧਾਨ ਮੰਤਰੀ ਹੁੰਦਾ ਲੋਕ ਸਭਾ ਦਾ। ਇੱਥੇ ਪੁੱਛਿਆ ਭਾਰਤ ਦਾ ਜਾਂ ਦੇਸ਼ ਦਾ ਮੁਖੀ ਕੌਣ ਹੁੰਦਾ? ਭਾਰਤ ਦੇਸ਼ ਦਾ ਮੁਖੀ ਕੌਣ ਮੰਨਿਆ ਜਾਂਦਾ? ਰਾਸ਼ਟਰਪਤੀ। ਆਪਸ਼ਨ ਨੰਬਰ 3 ਸਹੀ ਹੈ ਜੀ। ਦੇਸ਼ ਦਾ ਮੁਖੀ ਹੁੰਦਾ ਰਾਸ਼ਟਰਪਤੀ, ਪਹਿਲਾ ਨਾਗਰਿਕ ਹੁੰਦਾ ਹੈਗਾ। ਸੋ ਲੋਕ ਸਭਾ ਦਾ ਮੁਖੀ ਪੁੱਛ ਲਿਆ ਜਾਵੇ ਤਾਂ ਪ੍ਰਧਾਨ ਮੰਤਰੀ ਹੁੰਦਾ, ਇੰਨਾ ਕੁ ਧਿਆਨ ਰੱਖਿਓ। 4 ਨੰਬਰ ਪ੍ਰਸ਼ਨ ਜੀ। ਰਾਸ਼ਟਰਪਤੀ ਦੀ ਚੋਣ ਵਿਧੀ ਕੀ ਹੈ? ਅਨੁਪਾਤਿਕ ਪ੍ਰਤੀਨਿਧਤਾ ਦੀ ਇਕਹਿਰੀ ਬਦਲਵੀਂ ਵੋਟ ਪ੍ਰਣਾਲੀ,
ਪ੍ਰਤੱਖ ਚੋਣ ਪ੍ਰਣਾਲੀ ਇਹ ਤਾਂ ਹੈ ਨਹੀਂ, ਦੇਖੋ ਪ੍ਰਤੱਖ ਚੋਣ ਪ੍ਰਣਾਲੀ ਨਹੀਂ ਹੈਗੀ, ਲੋਕ ਸਿੱਧੇ ਵੋਟ ਨਹੀਂ ਕਰਦੇ ਰਾਸ਼ਟਰਪਤੀ ਨੂੰ ਚੁਣਨ ਵਾਸਤੇ। ਨਾਮਜ਼ਦਗੀ ਪ੍ਰਣਾਲੀ ਵੀ ਹੈ ਨਹੀਂ, ਵੀ ਮਤਲਬ ਕਿਸੇ ਵੱਲੋਂ ਰਾਸ਼ਟਰਪਤੀ ਨੂੰ ਨਾਮਜ਼ਦ ਥੋੜ੍ਹੀ ਕੀਤਾ ਜਾਂਦਾ ਹੈ। ਫਸਟ ਪਾਸਟ ਦਾ ਪੋਸਟ ਸਧਾਰਨ ਬਹੁਮਤ ਇਹ ਵੀ ਨਹੀਂ ਹੈਗਾ। ਸੋ ਆਪਸ਼ਨ ਨੰਬਰ 1 ਸਹੀ ਹੈ। ਅਨੁਪਾਤਿਕ ਪ੍ਰਤੀਨਿਧਤਾ ਦੀ ਇਕਹਿਰੀ ਬਦਲਵੀਂ ਵੋਟ ਪ੍ਰਣਾਲੀ, ਆਪਸ਼ਨ ਨੰਬਰ 1 ਸਹੀ ਹੈ ਜੀ। 5 ਨੰਬਰ ਪ੍ਰਸ਼ਨ, ਸੰਵਿਧਾਨ ਦੀ ਧਾਰਾ 60 ਦੇ ਅਨੁਸਾਰ ਰਾਸ਼ਟਰਪਤੀ ਨੂੰ ਸਹੁੰ ਚੁਕਾਉਣ ਦੀ ਰਸਮ ਕੌਣ ਕਰਦਾ ਹੈ? ਪਹਿਲੀ ਗੱਲ ਤਾਂ ਪ੍ਰਸ਼ਨ ਇਹ ਕਵਰ ਹੋ ਗਿਆ ਇੱਥੇ ਵੀ ਜਿਹੜਾ ਰਾਸ਼ਟਰਪਤੀ ਨੂੰ ਸਹੁੰ ਚੁਕਾਈ ਜਾਂਦੀ ਹੈ ਉਹ ਕਿਹੜੇ ਆਰਟੀਕਲ 'ਚ ਹੈ? 60 ਆਰਟੀਕਲ ਦੇ ਵਿੱਚ ਆ। ਤੇ ਸਹੁੰ ਚੁਕਾਉਂਦਾ ਕੌਣ ਹੈ, ਇਹਦੀ ਰਸਮ ਅਦਾ ਕੌਣ ਕਰਦਾ? ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ, ਸੁਪਰੀਮ ਕੋਰਟ ਦਾ ਮੁੱਖ ਜੱਜ, ਭਾਰਤ ਦਾ ਅਟਾਰਨੀ ਜਨਰਲ। ਸੋ ਆਪਸ਼ਨ ਨੰਬਰ 3 ਨਾਲ ਜਾਵਾਂਗੇ ਜੀ। ਰਾਸ਼ਟਰਪਤੀ ਨੂੰ ਸਹੁੰ ਚੁਕਾਉਂਦਾ ਜਿਹੜਾ ਸੁਪਰੀਮ ਕੋਰਟ ਦਾ ਮੁੱਖ ਜੱਜ ਚੁਕਾਉਂਦਾ ਹੈ। ਜੇਕਰ ਕੋਈ ਮੁੱਖ ਜੱਜ ਮੌਕੇ 'ਤੇ ਨਾ ਹੋਵੇ ਕਿਸੇ ਕਾਰਨ ਤਾਂ ਸੁਪਰੀਮ ਕੋਰਟ ਦਾ ਕੋਈ ਵੀ ਸੀਨੀਅਰ ਜੱਜ, ਸੋ ਸੀਨੀਅਰ ਲਿਖਿਆ ਹੋਊਗਾ ਉਹਦੇ ਮੂਹਰੇ, ਸੀਨੀਅਰ ਜੱਜ ਜੀ, ਉਹੀ ਮਤਲਬ ਸੁਪਰੀਮ ਕੋਰਟ ਦਾ ਜਿਹੜਾ ਮੁੱਖ ਜੱਜ ਜਾਂ ਉੱਥਾ ਕੋਈ ਸੀਨੀਅਰ ਜੱਜ ਹੀ ਰਾਸ਼ਟਰਪਤੀ ਨੂੰ ਸਹੁੰ ਚੁਕਾਉਣ ਦੀ ਜਿਹੜੀ ਰਸਮ ਹੈ ਉਹ ਅਦਾ ਕਰਦਾ ਜੀ ਆਰਟੀਕਲ 60 ਦੇ ਅਕੋਰਡਿੰਗ। 6 ਨੰਬਰ ਪ੍ਰਸ਼ਨ ਜੀ, ਅਨੁਛੇਦ 56 ਵਿੱਚ ਭਾਰਤੀ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਦੱਸਿਆ ਗਿਆ? ਹੁਣ ਹਰ ਗੱਲ 'ਚ ਪ੍ਰਸ਼ਨ 3-4 ਕਵਰ ਹੁੰਦੇ ਆ ਜੀ ਆਪਣੇ। ਹੁਣ ਇੱਥੇ ਦੱਸਿਆ ਗਿਆ ਵੀ ਜਿਹੜਾ ਕਾਰਜਕਾਲ ਹੈ ਰਾਸ਼ਟਰਪਤੀ ਦਾ ਵੀ ਉਹ ਕਿੰਨਾ ਹੋਣਾ ਚਾਹੀਦਾ, ਉਹ ਆਰਟੀਕਲ 56 ਦੇ ਵਿੱਚ ਲਿਖਿਆ ਹੋਇਆ। ਪ੍ਰਸ਼ਨ ਇਹ ਵੀ ਬਣ ਜਾਂਦਾ ਜੀ ਵੀ ਜਿਹੜਾ ਰਾਸ਼ਟਰਪਤੀ ਦਾ ਕਾਰਜਕਾਲ ਹੈ ਉਹ ਕਿੰਨੇ ਆਰਟੀਕਲ ਦੇ ਅਧੀਨ ਦਰਜ ਹੈ? ਸੰਵਿਧਾਨ ਦੇ ਵਿੱਚ 56 ਦੇ ਵਿੱਚ ਦਰਜ ਹੈ। ਕਿੰਨਾ ਹੁੰਦਾ ਮਤਲਬ ਕਾਰਜਕਾਲ? 5 ਸਾਲ। ਹਰ ਇੱਕ ਰਾਸ਼ਟਰਪਤੀ ਨੂੰ 5 ਸਾਲ ਦੇ ਲਈ ਚੁਣਿਆ ਜਾਂਦਾ ਹੈ। ਜੇਕਰ 5 ਸਾਲ ਹੋ ਜਾਣ ਤਾਂ ਉਹ ਦੁਬਾਰੇ ਵੀ ਚੋਣ ਲੜ ਸਕਦਾ ਜੀ, ਦੁਬਾਰੇ ਵੀ ਉਹਨੂੰ ਚੁਣਿਆ ਜਾ ਸਕਦਾ ਗਾ। ਸੋ ਇਹਦੀ ਮਿਆਦ, ਇਹਨਾਂ ਦਾ ਮਤਲਬ ਕਾਰਜਕਾਲ ਹੈ ਜਿਹੜਾ ਰਾਸ਼ਟਰਪਤੀ ਦਾ ਉਹ 5 ਸਾਲ ਹੁੰਦਾ ਹੈਗਾ। 7 ਨੰਬਰ ਪ੍ਰਸ਼ਨ, ਰਾਸ਼ਟਰਪਤੀ ਦੀ ਚੋਣ ਸੰਬੰਧੀ ਝਗੜੇ ਦਾ ਨਿਪਟਾਰਾ ਕੌਣ ਕਰਦਾ? ਮੰਨ ਲਓ ਰਾਸ਼ਟਰਪਤੀ ਦੀ ਚੋਣ ਹੋ ਰਹੀ ਹੈ, ਉੱਥੇ ਕੋਈ ਸਮੱਸਿਆ ਆ ਗਈ, ਝਗੜਾ ਹੋ ਗਿਆ, ਜਿਵੇਂ ਆਪਣੇ ਆਮ ਚੋਣਾਂ ਦੇ ਵਿੱਚ ਝਗੜੇ ਹੋ ਜਾਂਦੇ ਨੇ, ਤਾਂ ਉਹਦਾ ਨਿਪਟਾਰਾ ਕੌਣ ਕਰੂਗਾ? ਉਪ ਰਾਸ਼ਟਰਪਤੀ ਕਰੂਗਾ, ਸੁਪਰੀਮ ਕੋਰਟ ਕਰੂਗੀ, ਹਾਈ ਕੋਰਟ, ਜਾਂ ਉਪਰੋਕਤ ਸਾਰੇ? ਦੇਖੋ ਹਾਈ ਕੋਰਟ ਤਾਂ ਉੱਥੇ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ। ਉਪ ਰਾਸ਼ਟਰਪਤੀ ਪਦਵੀ ਹੀ ਰਾਸ਼ਟਰਪਤੀ ਤੋਂ ਥੱਲੇ ਦੀ ਹੈ, ਥਰੜਾ ਬੰਦਾ ਕਿਵੇਂ ਕਰੂਗਾ? ਤਾਂ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ 'ਚ ਹੁੰਦੀ ਆ ਸਾਰੀ ਗੱਲਬਾਤ। ਜਦੋਂ ਚੋਣ ਹੋ ਰਹੀ ਹੈ ਰਾਸ਼ਟਰਪਤੀ ਦੀ, ਜੇ ਉੱਥੇ ਕੋਈ ਸਮੱਸਿਆ ਹੋ ਗਈ ਤਾਂ ਉਹਦਾ ਫੈਸਲਾ ਜਿਹੜਾ ਉਹਦੀ ਗੱਲਬਾਤ ਹੈ ਜਿਹੜੀ ਸਾਰੀ ਉਹ ਸੁਪਰੀਮ ਕੋਰਟ ਸੁਣੂਗਾ ਜੀ, ਸੁਪਰੀਮ ਕੋਰਟ ਉਸ ਚੀਜ਼ ਦਾ ਹੱਲ ਕਰੂਗਾ। ਆਪਸ਼ਨ ਨੰਬਰ 2 ਸਹੀ ਸੀ ਜੀ। ਸੋ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਨੇ ਜੀ ਅੱਜ ਦੇ ਸਾਰੇ ਪ੍ਰਸ਼ਨ ਆਪਣੇ। ਅੱਗੇ ਆਪਾਂ ਉਪ ਰਾਸ਼ਟਰਪਤੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਟੌਪਿਕ ਵਾਈਜ਼ ਚੱਲ ਰਹੇ ਆਪਾਂ, ਤੁਹਾਨੂੰ ਪਹਿਲਾਂ ਵੀ ਕਿਹਾ ਆਪਾਂ ਇਸੇ ਤਰ੍ਹਾਂ ਹੀ ਹਿਸਟਰੀ ਦਾ ਵੀ ਟੌਪਿਕ ਵਾਈਜ਼ ਚੱਲੇ ਹੋਏ ਆ, ਪੋਲੀਟੀਕਲ ਸਾਇੰਸ ਦਾ ਵੀ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮਿਕਸ ਪ੍ਰਸ਼ਨ ਲੈ ਕੇ ਆਵਾਂਗੇ ਤੁਹਾਡੇ ਲਈ। ਨੋਟਸ ਲੈਣੇ ਹੋਏ ਤਾਂ ਸਾਡੇ ਨੰਬਰ 'ਤੇ ਸੰਪਰਕ ਕਰ ਲਿਓ 88 474 77007 88 474 77007 ਟਾਈਪ ਕੀਤੇ ਹੋਏ ਨੋਟਸ ਮਿਲਣਗੇ ਤੁਹਾਨੂੰ। ਸਾਰੀ ਤਿਆਰੀ ਹੋਊਗੀ 100% ਗਰੰਟੀ ਦੇ ਨਾਲ। ਸੋ 8 ਨੰਬਰ ਪ੍ਰਸ਼ਨ ਜੀ, ਰਾਸ਼ਟਰਪਤੀ ਦਾ ਪਦ ਖਾਲੀ ਹੋਣ 'ਤੇ ਕੌਣ ਅਹੁਦਾ ਸੰਭਾਲਦਾ? ਮੰਨ ਲਓ ਰਾਸ਼ਟਰਪਤੀ ਦੀ ਜਿਹੜੀ ਕੁਰਸੀ ਹੈ ਉਹ ਖਾਲੀ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਉਹਦਾ ਅਹੁਦਾ ਕੌਣ ਸੰਭਾਲਦਾ, ਉਹਦੀਆਂ ਜ਼ਿੰਮੇਵਾਰੀਆਂ ਕੌਣ ਸੰਭਾਲਦਾ? ਰਾਸ਼ਟਰਪਤੀ ਦਾ ਅਹੁਦਾ ਖਾਲੀ ਕਿਵੇਂ ਹੁੰਦਾ? ਮੰਨ ਲਓ ਉਹਦੀ ਮੌਤ ਹੋ ਗਈ ਤਾਂ ਖਾਲੀ ਹੋ ਗਿਆ। ਜੇ ਉਹਨੂੰ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਮਤਾ ਪੇਸ਼ ਕਰਕੇ ਉਹਨੂੰ ਅਹੁਦੇ ਤੋਂ ਹਟਾ ਵੀ ਦਿੱਤਾ ਜਾ ਸਕਦਾ ਹੈ, ਮਹਾਂ ਵਿਭੋਗ ਜਾਂ ਚਲਾਇਆ ਜਾ ਸਕਦਾ ਉਹਦੇ ਖਿਲਾਫ, ਹੈ ਨਾ। ਅਤੇ ਉਹਦਾ ਫਿਰ ਹੁਣ ਅਹੁਦਾ ਖਾਲੀ ਹੋ ਗਿਆ ਤਾਂ ਕੌਣ ਸੰਭਾਲੂ? ਸੁਪਰੀਮ ਕੋਰਟ ਦਾ ਜੱਜ ਸੰਭਾਲੂ, ਹਾਈ ਕੋਰਟ ਦਾ ਜੱਜ, ਪ੍ਰਧਾਨ ਮੰਤਰੀ ਜਾਂ ਉਪ ਰਾਸ਼ਟਰਪਤੀ? ਸੋ ਆਪਸ਼ਨ ਨੰਬਰ 4 ਸਹੀ ਹੈ ਜੀ, ਉਪ ਰਾਸ਼ਟਰਪਤੀ ਉਹਦਾ ਅਹੁਦਾ ਸੰਭਾਲੂਗਾ। ਇੱਕ ਗੱਲ ਖਿਆਲ ਰੱਖਿਓ, ਜਦੋਂ ਉਪ ਰਾਸ਼ਟਰਪਤੀ ਦੇ ਅਹੁਦੇ 'ਤੇ ਰਹੂਗਾ ਤਾਂ ਉਦੋਂ ਉਹਨੂੰ ਤਨਖਾਹ ਵਗੈਰਾ ਉਹਦੀਆਂ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਵਾਲੀਆਂ ਹੋ ਜਾਣਗੀਆਂ। ਵੈਸੇ ਤਾਂ ਦੇਖੋ ਉਪ ਰਾਸ਼ਟਰਪਤੀ ਰਾਜ ਸਭਾ ਦਾ ਚੇਅਰਮੈਨ ਹੁੰਦਾ ਗਾ, ਪਰ ਜਦੋਂ ਰਾਸ਼ਟਰਪਤੀ ਦੀ ਕੁਰਸੀ ਖਾਲੀ ਹੋ ਗਈ ਤਾਂ ਉਪ ਰਾਸ਼ਟਰਪਤੀ ਦੀ ਕੁਰਸੀ 'ਤੇ ਬੈਠ ਗਿਆ ਤਾਂ ਉਸ ਸਮੇਂ ਸਾਰੀਆਂ ਸ਼ਕਤੀਆਂ ਅਤੇ ਸਾਰੀ ਜਿਹੜੀ ਤਨਖਾਹ ਵਗੈਰਾ ਮਿਲਦੀ ਹੈ ਉਹ ਰਾਸ਼ਟਰਪਤੀ ਵਾਲੀਆਂ ਹੀ ਹੋਣਗੀਆਂ ਉਸ ਦੀਆਂ। ਸੋ ਆਪਸ਼ਨ ਨੰਬਰ 4 ਸਹੀ ਸੀ ਜੀ। 9 ਨੰਬਰ ਪ੍ਰਸ਼ਨ, ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼ ਦਾ ਮੁਕੱਦਮਾ ਸੰਸਦ ਦੇ ਕਿਸ ਸਦਨ ਵਿੱਚ ਚਲਾਇਆ ਜਾ ਸਕਦਾ ਹੈ? ਮਤਲਬ ਕਈ ਵਾਰ ਸਾਡੇ ਦਿਮਾਗ 'ਚ ਇਹ ਚੀਜ਼ਾਂ ਹੁੰਦੀਆਂ ਨੇ ਵੀ ਬਹੁਤ ਸਾਰੇ ਜਿਹੜੇ ਸਾਡੇ ਦੇਸ਼ ਦੇ ਵਿੱਚ ਲੀਡਰ ਨੇ ਜਾਂ ਆਗੂ ਨੇ ਜਾਂ ਸੰਵਿਧਾਨਕ ਰੁਤਬਾ ਰੱਖਦੇ ਨੇ ਵੀ ਉਹਨਾਂ ਨੂੰ ਤਾਂ ਹਟਾਇਆ ਹੀ ਨਹੀਂ ਜਾ ਸਕਦਾ। ਅਜਿਹੀ ਗੱਲ ਨਹੀਂ ਹੈਗੀ, ਸੰਵਿਧਾਨ ਦੇ ਵਿੱਚ ਹਰ ਗੱਲ ਦੱਸੀ ਹੋਈ ਆ
ਹਰ ਗੱਲ ਨੋਟ ਕੀਤੀ ਹੈ ਵੀ ਜੇ ਕੋਈ ਇਸ ਦੇਸ਼ ਦੇ ਖਿਲਾਫ ਚੱਲੂਗਾ, ਲੋਕ ਹਿੱਤਾਂ ਦੇ ਖਿਲਾਫ ਹੋਊਗਾ ਤਾਂ ਉਹਨੂੰ ਹਟਾਇਆ ਜਾ ਸਕਦਾ। ਹਰ ਤਰ੍ਹਾਂ ਦੀ ਪ੍ਰੋਵੀਜ਼ਨ ਆਪਣੇ ਦੇਸ਼ ਦੇ ਸੰਵਿਧਾਨ ਦੇ ਵਿੱਚ ਦਰਜ ਹੈ। ਪ੍ਰਧਾਨ ਮੰਤਰੀ ਨੂੰ ਹਟਾਇਆ ਜਾ ਸਕਦਾ ਹੈ, ਕਿਸੇ ਲੋਕ ਸਭਾ ਦੇ ਮੈਂਬਰ ਨੂੰ ਹਟਾਇਆ ਜਾ ਸਕਦਾ ਹੈ। ਸੋ ਰਾਸ਼ਟਰਪਤੀ ਨੂੰ ਵੀ ਹਟਾਇਆ ਜਾ ਸਕਦਾ ਜੀ। ਇਹਨੂੰ ਕਿਵੇਂ ਹਟਾਇਆ ਜਾ ਸਕਦਾ ਹੈ? ਮਹਾਦੋਸ਼ ਦਾ ਮੁਕੱਦਮਾ ਸੰਸਦ ਦੇ ਕਿਹੜੇ ਸਦਨ 'ਚ ਚਲਾਇਆ ਜਾ ਸਕਦਾ? ਲੋਕ ਸਭਾ 'ਚ, ਰਾਜ ਸਭਾ 'ਚ, ਕਿਸੇ ਵੀ ਸਦਨ 'ਚ, ਸਰਵਉੱਚ ਅਦਾਲਤ 'ਚ। ਸੋ ਇਹ ਜੀ ਕਿਸੇ ਵੀ ਸਦਨ 'ਚ ਚਲਾਇਆ ਜਾ ਸਕਦਾ ਮੁਕੱਦਮਾ, ਚਾਹੇ ਉਹ ਲੋਕ ਸਭਾ ਹੈਗੀ, ਚਾਹੇ ਰਾਜ ਸਭਾ ਹੈਗੀ। ਮਤਲਬ ਮੰਨ ਲਓ ਸ਼ੁਰੂ ਕਿਤੋਂ ਵੀ ਕੀਤਾ ਜਾ ਸਕਦਾ ਹੈ, ਪਰ ਇਹਨੂੰ ਹਟਾਇਆ ਤਾਂ ਜਾਊਗਾ ਜੇ ਦੋਨਾਂ ਸਦਨਾਂ ਦੇ 1/3 ਮੈਂਬਰ, 1/3 ਲੋਕ ਸਭਾ ਦੇ, 1/3 ਰਾਜ ਸਭਾ ਦੇ ਇਹ ਮੈਂਬਰ ਮਤਲਬ ਇਹਦੇ ਖਿਲਾਫ ਵੋਟ ਪਾਉਣਗੇ ਤੇ ਫਿਰ ਇਹਨੂੰ 14 ਦਿਨਾਂ ਦੇ ਅੰਦਰ ਅੰਦਰ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਣਾ ਹੋਊਗਾ। ਪਰ ਅਜਿਹਾ ਹਾਲੇ ਤੱਕ ਜਿੱਦੇ ਦਾ ਦੇਸ਼ ਦਾ ਸੰਵਿਧਾਨ ਬਣਾਇਆ ਤੇ ਆਜ਼ਾਦ ਹੋਇਆ ਦੇਸ਼, ਹਾਲੇ ਤੱਕ ਕਦੇ ਅਜਿਹਾ ਮਾਹੌਲ ਨਹੀਂ ਬਣਿਆ। ਰਾਸ਼ਟਰਪਤੀ ਦੇ ਖਿਲਾਫ ਮਹਾਦੋਸ਼ ਦਾ ਮੁਕੱਦਮਾ ਸੰਸਦ ਦੇ ਕਿਸੇ ਵੀ ਸਦਨ 'ਚ ਹਾਲੇ ਤੱਕ ਨਹੀਂ ਚੱਲਿਆ। ਪਰ ਜੇ ਚਲਾਉਣਾ ਪੈ ਜੇ ਤਾਂ ਲੋਕ ਸਭਾ ਹੋਵੇ, ਚਾਹੇ ਉੱਥੋਂ ਚੱਲ ਪਏ, ਚਾਹੇ ਰਾਜ ਸਭਾ 'ਚੋਂ ਚਲਾ ਲੇ, ਪਰ ਸਹਿਮਤੀ ਦੋਨਾਂ ਸਦਨਾਂ 'ਚ ਬਣੂਗੀ। 66.66% ਜਿਹੜੇ ਵਿਅਕਤੀ ਹੋਣਗੇ, ਮੈਂਬਰ ਹੋਣਗੇ, ਉਹ ਇਹਦੇ ਖਿਲਾਫ ਵੋਟ ਪਾਉਣ ਤਾਂ ਇਹਨੂੰ ਹਟਾਇਆ ਜਾਊਗਾ 14 ਦਿਨਾਂ ਦੇ ਅੰਦਰ ਅੰਦਰ। ਸੋ ਸਮਝ ਗਏ ਹੋਵੋਗੇ, ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਮਝਾਉਣ ਦੀ। 10 ਨੰਬਰ ਪ੍ਰਸ਼ਨ ਕਰਦੇ ਹਾਂ। ਵਰਤਮਾਨ ਸਮੇਂ ਰਾਸ਼ਟਰਪਤੀ ਨੂੰ ਕੁੱਲ ਕਿੰਨੀ ਤਨਖਾਹ ਮਿਲਦੀ ਹੈ ਜੀ? ਸੋ 4 ਲੱਖ, 5 ਲੱਖ, 2,80,000 ਜਾਂ 3 ਲੱਖ ਪ੍ਰਤੀ ਮਹੀਨਾ। ਸੋ 5 ਲੱਖ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ ਜੀ ਰਾਸ਼ਟਰਪਤੀ ਨੂੰ। ਆਪਸ਼ਨ ਨੰਬਰ 2 ਸਹੀ ਹੈ। ਇੱਕ ਗੱਲ ਰੱਖਿਓ, ਇੱਕ ਧਿਆਨ 'ਚ ਰੱਖਿਓ, ਪੁੱਛ ਲਿਆ ਜਾਂਦਾ ਵੀ ਜਿਹੜੀ ਰਾਸ਼ਟਰਪਤੀ ਨੂੰ 5 ਲੱਖ ਪ੍ਰਤੀ ਮਹੀਨਾ ਤਨਖਾਹ ਮਿਲਦੀ ਆ, ਉਹ ਕਿੱਥੋਂ ਮਿਲਦੀ ਆ? ਇਹ ਸੰਚਿਤ ਨਿਧੀ ਫੰਡ ਹੁੰਦਾ ਜੀ। ਸੰਚਿਤ ਨਿਧੀ ਫੰਡ ਹੁੰਦਾ, ਜਿਹੜਾ ਖਜ਼ਾਨਾ ਕਦੇ ਵੀ ਖਾਲੀ ਨਹੀਂ ਹੁੰਦਾ। ਇਹ ਫੰਡ ਕਦੇ ਵੀ ਨਹੀਂ ਘਟਦਾ, ਮਤਲਬ ਇਹ ਰਹਿੰਦਾ ਹੀ ਹੈ ਮੌਜੂਦ। ਜਿਹੜੇ ਸਾਰੇ ਵੱਡੇ ਲੀਡਰ ਹੁੰਦੇ ਨੇ, ਰਾਸ਼ਟਰਪਤੀ ਹੁੰਦਾ, ਸੁਪਰੀਮ ਕੋਰਟ ਦਾ ਜੱਜ ਹੁੰਦਾ, ਉੱਥੋਂ ਹੀ ਤਨਖਾਹ ਮਿਲਦੀ ਹੈ ਜੀ ਇਹਨਾਂ ਨੂੰ, ਗਵਰਨਰ ਨੂੰ ਵੀ। ਸੋ ਆਪਸ਼ਨ ਨੰਬਰ 2 ਸਹੀ ਆ। ਜਿਵੇਂ ਹੁਣ ਜਿਹੜੇ ਮੁਲਾਜ਼ਮ ਹੁੰਦੇ ਆ, ਉਹਨਾਂ ਦੀ ਤਾਂ ਤਨਖਾਹ ਦੇ ਬਿੱਲ ਬਣਦੇ ਨੇ, ਫਿਰ ਉਹਨਾਂ ਨੂੰ ਮਨਜ਼ੂਰੀ ਮਿਲਦੀ ਹੈ, ਬੜਾ ਕਾਫੀ ਕੁਛ ਹੁੰਦਾ। ਇਹਨਾਂ ਨੂੰ ਡਾਇਰੈਕਟ ਉਸ ਸੰਚਿਤ ਨਿੱਜੀ ਫੰਡ ਦੇ ਵਿੱਚੋਂ ਕੱਟੀ ਜਾਂਦੀ ਹੈ ਤਨਖਾਹ, ਇਹਨਾਂ ਦੀ ਭੇਜੀ ਜਾਂਦੀ ਹੈ। ਸੋ ਭਾਰਤੀ ਫੌਜਾਂ ਦਾ ਸਰਵਉੱਚ ਕਮਾਂਡਰ ਕੌਣ ਹੁੰਦਾ ਹੈ? ਭਾਰਤੀ ਫੌਜਾਂ ਮਤਲਬ ਫੌਜਾਂ ਵੀ ਥਲ ਸੈਨਾ, ਜਲ ਸੈਨਾ, ਹਵਾਈ ਸੈਨਾ, ਇਹਨਾਂ ਸਾਰਿਆਂ ਦਾ ਇੱਕ ਕਮਾਂਡਰ ਹੁੰਦਾ, ਉਹ ਹੁੰਦਾ ਜੀ ਰਾਸ਼ਟਰਪਤੀ। ਮਤਲਬ ਰਾਸ਼ਟਰਪਤੀ ਸਾਡੀਆਂ ਸਾਰੀਆਂ ਸੈਨਾਵਾਂ ਦਾ ਮੁਖੀ ਹੁੰਦਾ ਜੀ। ਥਲ ਸੈਨਾ, ਚਾਹੇ ਥਲ ਸੈਨਾ, ਜਲ ਸੈਨਾ, ਹਵਾਈ ਸੈਨਾ, ਇਹਨਾਂ ਦਾ ਕਮਾਂਡਰ, ਇਹਨਾਂ ਦਾ ਮੁਖੀ ਰਾਸ਼ਟਰਪਤੀ ਹੁੰਦਾ ਦੇਸ਼ ਦਾ। 12 ਨੰਬਰ ਪ੍ਰਸ਼ਨ, ਰਾਸ਼ਟਰਪਤੀ ਦੀਆਂ ਕਾਰਜਕਾਰੀਆਂ ਸ਼ਕਤੀਆਂ ਦੱਸੋ। ਪ੍ਰਧਾਨ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਦੀ ਨਿਯੁਕਤੀ, ਇਹ ਠੀਕ ਹੈ ਜੀ। ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ, ਮੰਤਰੀ ਪ੍ਰੀਸ਼ਦ ਦੀ ਨਿਯੁਕਤੀ ਕਰਦਾ। ਸੁਪਰੀਮ ਕੋਰਟ, ਹਾਈ ਕੋਰਟ ਦੇ ਜੱਜਾਂ, ਅਟਾਰਨੀ ਜਨਰਲ ਅਤੇ ਆਡੀਟਰ ਜਨਰਲ ਦੀ ਨਿਯੁਕਤੀ, ਇਹਨਾਂ ਦੀ ਨਿਯੁਕਤੀ ਵੀ ਕਰਦਾ ਜੀ ਇਹ। ਮਹੱਤਵਪੂਰਨ ਆਯੋਗਾਂ ਦੀ ਨਿਯੁਕਤੀ, ਉਪਰੋਕਤ ਸਾਰੇ। ਆਪਸ਼ਨ ਨੰਬਰ 4 ਸਹੀ ਹੈ ਜੀ। ਰਾਸ਼ਟਰਪਤੀ ਦੀਆਂ ਕਾਰਜਕਾਰੀ ਸ਼ਕਤੀਆਂ ਜਿਹੜੀਆਂ ਕੰਮ ਦੇ ਆਧਾਰ 'ਤੇ ਹੈਗੀਆਂ ਨੇਗੀਆਂ, ਕਾਰਜਕਾਰੀ ਸ਼ਕਤੀਆਂ ਨੇਗੀਆਂ। ਸੋ ਇਹਨਾਂ ਕੋਲ ਕਾਫੀ ਤਰ੍ਹਾਂ ਦੀਆਂ ਸ਼ਕਤੀਆਂ ਹੁੰਦੀਆਂ, ਵਿਧਾਨਕ ਸ਼ਕਤੀਆਂ ਹੁੰਦੀਆਂ, ਸੰਕਟਕਾਲੀਨ ਸ਼ਕਤੀਆਂ ਹੁੰਦੀਆਂ ਨੇ, ਕਾਰਜਕਾਰੀ ਸ਼ਕਤੀਆਂ ਹੋ ਗਈਆਂ, ਵੀਟੋ ਸ਼ਕਤੀਆਂ ਹੁੰਦੀਆਂ। ਰਾਸ਼ਟਰਪਤੀ ਕੋਲ ਕਾਫੀ ਤਰ੍ਹਾਂ ਦੀਆਂ ਸ਼ਕਤੀਆਂ ਹੁੰਦੀਆਂ ਨੇਗੀਆਂ। 13 ਨੰਬਰ ਪ੍ਰਸ਼ਨ, ਜੇਕਰ ਸੰਸਦ ਦਾ ਇਜਲਾਸ ਨਾ ਹੋ ਰਿਹਾ ਹੋਵੇ ਤਾਂ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਕਿਸ ਕੋਲ ਹੈ? ਮੰਨ ਲਓ ਦੇਸ਼ ਦੇ ਵਿੱਚ ਅਜਿਹੀ ਸਥਿਤੀ ਪੈਦਾ ਹੋ ਗਈ ਕਿ ਦੇਸ਼ ਨੂੰ ਇੱਕ ਨਵੇਂ ਕਾਨੂੰਨ ਦੀ, ਨਵੇਂ ਬਿੱਲ ਦੀ, ਨਵੇਂ ਅਧਿਕਾਰਾਂ ਦੀ ਲੋੜ ਪੈ ਗਈ, ਤੇ ਇਹ ਜਿਹੜੇ ਕਾਨੂੰਨ ਬਣਦੇ ਨੇ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਜਲਾਸ 'ਚ ਬਣਦੇ ਨੇ। ਲੋਕ ਸਭਾ ਦਾ ਇਜਲਾਸ ਚੱਲ ਰਿਹਾ ਹੋਵੇ, ਫਿਰ ਵਿਧਾਨ ਸਭਾ ਦੇ ਵਿੱਚੋਂ ਪਾਸ ਹੁੰਦਾ, ਫਿਰ ਰਾਸ਼ਟਰਪਤੀ ਦੇ ਸਾਈਨ ਹੁੰਦੇ ਨੇ, ਫਿਰ ਜਾ ਕੇ ਕੋਈ ਕਾਨੂੰਨ ਬਣਦਾ। ਹੁਣ ਸਥਿਤੀ ਇਹੋ ਜਿਹੀ ਹੋ ਗਈ ਵੀ ਦੇਸ਼ ਨੂੰ ਕਿਸੇ ਕਾਨੂੰਨ ਦੀ ਲੋੜ ਹੈ ਤੇ ਇਜਲਾਸ ਨਹੀਂ ਚੱਲ ਰਿਹਾ, ਤਾਂ ਉੱਥੇ ਕੀ ਹੁੰਦਾ, ਰਾਸ਼ਟਰਪਤੀ ਆਪਣੇ ਪੱਧਰ 'ਤੇ ਇੱਕ ਆਰਡੀਨੈਂਸ ਜਾਰੀ ਕਰ ਸਕਦਾ। ਆਰਡੀਨੈਂਸ ਇਹ ਜਾਰੀ ਕੀਤਾ ਜਾ ਸਕਦਾ ਹੈ, ਪਰ ਇਹਨੂੰ ਮਤਲਬ ਨਾ ਇਹ ਆਰਟੀਕਲ 123 ਦੇ ਅਧੀਨ ਪਾਸ ਕਰ ਸਕਦਾ ਜੀ। ਆਰਟੀਕਲ 123 ਹੈ ਜਿਹੜਾ ਸੰਵਿਧਾਨ ਦੇ ਵਿੱਚ, ਉਹਦੇ ਅਕੋਰਡਿੰਗ ਇਹ ਸ਼ਕਤੀ ਰਾਸ਼ਟਰਪਤੀ ਕੋਲੇ ਆ। ਪਰ 6 ਹਫ਼ਤਿਆਂ ਦੇ ਵਿੱਚ ਸੰਸਦ 'ਚੋਂ ਪਾਸ ਕਰਾਉਣਾ ਜ਼ਰੂਰੀ ਹੁੰਦਾ ਹੈ। ਰਾਸ਼ਟਰਪਤੀ ਨੇ ਕੋਈ ਦੇਸ਼ ਹਿੱਤ ਵਾਸਤੇ ਬਿਨਾਂ ਇਜਲਾਸ ਚੱਲ ਰਹੇ ਦੇ ਆਪਦੇ ਵੱਲੋਂ ਇੱਕ ਆਰਡੀਨੈਂਸ ਪੇਸ਼ ਕਰਤਾ, ਉਹ ਆਰਡੀਨੈਂਸ ਦੇ ਰਾਹੀਂ ਕੰਮ ਹੋਣਾ ਸ਼ੁਰੂ ਹੋ ਗਿਆ, ਪਰ ਉਹ ਆਰਡੀਨੈਂਸ ਨੂੰ 6 ਹਫ਼ਤਿਆਂ ਦੇ ਵਿੱਚ ਸੰਸਦ ਤੋਂ ਪਾਸ ਕਰਾਉਣਾ ਜ਼ਰੂਰੀ ਹੋਊਗਾ। ਇਹ ਗੱਲ ਨੂੰ ਧਿਆਨ 'ਚ ਰੱਖਿਓ।
14 ਨੰਬਰ ਪ੍ਰਸ਼ਨ, ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਸਿਧਾਂਤ ਕਿਸ ਦੇਸ਼ ਤੋਂ ਲਿਆ ਗਿਆ? ਮੰਨ ਲਓ ਐਮਰਜੈਂਸੀ ਸ਼ਕਤੀਆਂ ਦਾ ਸਿਧਾਂਤ ਹੈ ਜਿਹੜੀਆਂ ਐਮਰਜੈਂਸੀ ਸ਼ਕਤੀਆਂ ਹੁੰਦੀਆਂ ਰਾਸ਼ਟਰਪਤੀ ਕੋਲੇ, ਮੰਨ ਲਓ ਕਿਸੇ ਰਾਜ ਤੇ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ, ਕੇਂਦਰੀ ਐਮਰਜੈਂਸੀ ਲਾਗੂ ਹੋ ਗਈ, ਤਾਂ ਉਹ ਇਹ ਸ਼ਕਤੀਆਂ ਦਾ ਸਿਧਾਂਤ ਅਸੀਂ ਕਿਹੜੇ ਸੰਵਿਧਾਨ ਤੋਂ ਲਿਆ, ਕਿਹੜੇ ਦੇਸ਼ ਦੇ ਤੋਂ? ਸੋ ਜਰਮਨੀ ਦੇ ਸੰਵਿਧਾਨ ਤੋਂ, ਦੱਖਣੀ ਅਫਰੀਕਾ, ਰੂਸ ਜਾਂ ਜਾਪਾਨ। ਸੋ ਅਸੀਂ ਇਹ ਲਿਆ ਜੀ ਜਰਮਨ ਦੇ ਸੰਵਿਧਾਨ ਤੋਂ। ਆਪਸ਼ਨ ਨੰਬਰ 1 ਸਹੀ ਹੈ। ਆਪਸ਼ਨ ਨੰਬਰ 1 ਸਹੀ ਹੈ ਜੀ। ਜਰਮਨ ਦਾ ਸੰਵਿਧਾਨ ਹੈ ਜਿਹੜਾ, ਉਹਦੇ ਵਿੱਚੋਂ ਅਸੀਂ ਇਹ ਸੰਕਟਕਾਲੀਨ ਜਿਹੜੀਆਂ ਸ਼ਕਤੀਆਂ ਹੁੰਦੀਆਂ ਰਾਸ਼ਟਰਪਤੀ ਦੇ ਕੋਲੇ, ਉਹਨਾਂ ਦਾ ਸਿਧਾਂਤ ਲਿਆ ਹੋਇਆ। ਆਪਸ਼ਨ ਨੰਬਰ 1 ਸਹੀ ਹੈ ਜੀ। 15 ਨੰਬਰ ਪ੍ਰਸ਼ਨ, ਭਾਰਤੀ ਰਾਸ਼ਟਰਪਤੀ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਿਹਦੀ ਸਲਾਹ ਨਾਲ ਕਰਦਾ ਹੈ? ਕਿਸ ਦੀ ਸਲਾਹ ਨਾਲ? ਭਾਰਤ ਦਾ ਇੱਕ ਰਾਸ਼ਟਰਪਤੀ ਹੈ ਰਾਮਨਾਥ ਕੋਵਿੰਦ। ਮੰਨ ਲਓ ਉਹਦੇ ਕੋਲੇ ਬਹੁਤ ਸਾਰੀਆਂ ਸ਼ਕਤੀਆਂ ਨੇ, ਉਹ ਸਲਾਹ ਵੀ ਤਾਂ ਲੈਂਦਾ ਹੋਊ ਕਿਸੇ ਤੋਂ ਵੀ ਉਹ ਸ਼ਕਤੀਆਂ ਦੀ ਵਰਤੋਂ ਕਰਦਾ, ਮੁੱਖ ਮੰਤਰੀ ਤੋਂ, ਲੋਕ ਸਭਾ ਤੋਂ, ਰਾਜ ਸਭਾ ਤੋਂ, ਮੰਤਰੀ ਪ੍ਰੀਸ਼ਦ ਤੋਂ। ਤਾਂ ਉਹ ਮੰਤਰੀ ਪ੍ਰੀਸ਼ਦ ਤੋਂ ਸਲਾਹ ਲੈਂਦਾ ਜੀ। ਆਪਸ਼ਨ ਨੰਬਰ 4 ਸਹੀ ਹੈ। 16 ਨੰਬਰ ਪ੍ਰਸ਼ਨ, ਕਿਸ ਸੁਤੰਤਰਤਾ ਦੇ ਅਧਿਕਾਰ ਨੂੰ ਰਾਸ਼ਟਰਪਤੀ ਸੰਕਟਕਾਲੀਨ ਦੇ ਦੌਰਾਨ ਵੀ ਖਤਮ ਨਹੀਂ ਕੀਤਾ ਜਾ ਸਕਦਾ? ਮਤਲਬ ਸਾਡੇ ਕੋਲੇ ਬਹੁਤ ਸਾਰੇ ਅਧਿਕਾਰ ਨੇ, ਮੌਲਿਕ ਅਧਿਕਾਰ ਨੇ ਸਾਡੇ ਕੋਲੇ, 6 ਮੌਲਿਕ ਅਧਿਕਾਰ ਨੇ। 6 ਮੌਲਿਕ ਅਧਿਕਾਰਾਂ ਦੇ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਹੈ ਵੀ ਜਦੋਂ ਮਤਲਬ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਜਾਂ ਕੇਂਦਰੀ ਐਮਰਜੈਂਸੀ ਲਾਗੂ ਹੋ ਗਈ ਤੇ ਸਾਡੇ ਕੋਲੋਂ ਫਿਰ ਵੀ ਖੁੰਝਦਾ ਨਹੀਂ ਹੈਗਾ? ਮੰਨ ਲਓ ਜਦੋਂ ਨਾ ਇੱਕ ਰਾਸ਼ਟਰਪਤੀ ਰਾਜ ਲਾਗੂ ਹੋ ਜੇ ਕਿਸੇ, ਮੰਨ ਲਓ ਪੰਜਾਬ ਦੇ ਵਿੱਚ 8 ਵਾਰ ਰਾਸ਼ਟਰਪਤੀ ਰਾਜ ਲੱਗਿਆ ਹੋਇਆ ਅੱਜ ਤੋਂ ਪਹਿਲਾਂ, ਜਦੋਂ ਰਾਸ਼ਟਰਪਤੀ ਰਾਜ ਕਿਸੇ ਰਾਜ 'ਚ ਲੱਗ ਜਾਂਦਾ, ਕਿਸੇ ਸਟੇਟ ਦੇ ਵਿੱਚ ਲੱਗ ਜਾਂਦਾ, ਤਾਂ ਉੱਥੋਂ ਦੇ ਲੋਕਾਂ ਦੀਆਂ ਸਾਰੀਆਂ ਸ਼ਕਤੀਆਂ ਖਤਮ ਹੋ ਜਾਂਦੀਆਂ, ਸਰਕਾਰ ਖਤਮ ਹੋ ਜਾਂਦੀ ਹੈ, ਸਾਰਾ ਗਵਰਨਰ ਦੇ ਹੱਥ, ਰਾਸ਼ਟਰਪਤੀ ਦੇ ਹੱਥ ਚਲਿਆ ਜਾਂਦਾ ਹੈ। ਪਰ ਫਿਰ ਵੀ 2 ਮੌਲਿਕ ਅਧਿਕਾਰ ਨੇ ਲੋਕਾਂ ਦੇ, ਇੱਕ ਤਾਂ ਜੀਵਨ ਦਾ ਤੇ ਇੱਕ ਨਿੱਜੀ ਸੁਤੰਤਰਤਾ ਦਾ। ਇਹ ਅਧਿਕਾਰ ਖਤਮ ਨਹੀਂ ਹੁੰਦੇ, ਜੀਵਨ, ਜ਼ਿੰਦਗੀ ਜਿਉਣ ਦਾ ਤੇ ਨਿੱਜੀ ਸੁਤੰਤਰਤਾ ਦਾ, ਉਹ ਸੁਤੰਤਰ ਹੁੰਦੇ ਨੇ। ਆਪਸ਼ਨ ਨੰਬਰ 3 ਸਹੀ ਹੈ ਜੀ। 17 ਨੰਬਰ ਪ੍ਰਸ਼ਨ, ਰਾਸ਼ਟਰੀ ਸੰਕਟ ਕਾਲ ਦੇ ਐਲਾਨ ਤੋਂ ਬਾਅਦ ਕਿੰਨੇ ਸਮੇਂ ਵਿੱਚ ਇਸ ਨੂੰ ਸੰਸਦ ਦੁਆਰਾ ਪ੍ਰਵਾਨਗੀ ਮਿਲਣੀ ਜ਼ਰੂਰੀ ਹੈ? ਜਦੋਂ ਕਿਸੇ ਰਾਜ ਤੇ ਰਾਸ਼ਟਰੀ ਐਮਰਜੈਂਸੀ ਲਾਗੂ ਕਰ ਦਿੱਤੀ ਰਾਸ਼ਟਰਪਤੀ ਵੱਲੋਂ, ਤਾਂ ਰਾਸ਼ਟਰਪਤੀ ਇਕੱਲਾ ਹੀ ਉੱਥੇ ਸਾਰੀਆਂ ਸ਼ਕਤੀਆਂ ਦਾ ਮਤਲਬ ਐਂ ਨਹੀਂ ਹੈਗਾ ਵੀ ਉਹਨੇ ਜਦੋਂ ਮਰਜ਼ੀ ਰਾਸ਼ਟਰਪਤੀ ਰਾਜ ਲਾਗੂ ਕਰਤਾ ਹੈ ਨਾ, ਜਾਂ ਕੇਂਦਰੀ ਐਮਰਜੈਂਸੀ, ਰਾਸ਼ਟਰੀ ਐਮਰਜੈਂਸੀ ਐਲਾਨਤੀ, ਤਾਂ ਉਹਨੂੰ ਕੁਝ ਸਮੇਂ ਦੇ ਵਿੱਚ ਸੰਸਦ ਤੋਂ ਪ੍ਰਵਾਨਗੀ ਲੈਣੀ ਪਊਗੀ ਉਸਦੀ। ਤਾਂ ਉਹ ਕਿੰਨਾ ਸਮਾਂ ਹੋਊ? 1 ਮਹੀਨਾ, 6 ਮਹੀਨੇ, 6 ਹਫ਼ਤੇ ਜਾਂ 2 ਮਹੀਨੇ? ਸੋ ਇਹ 1 ਮਹੀਨੇ ਦੇ ਵਿੱਚ ਪ੍ਰਵਾਨਗੀ ਲੈਣੀ ਹੋਊਗੀ ਰਾਸ਼ਟਰਪਤੀ ਨੂੰ। ਇਹ ਨਹੀਂ ਵੀ ਇਕੱਲਾ ਰਾਸ਼ਟਰਪਤੀ ਖੇਡਾਂ ਖੇਡੀ ਜਾਵੇ, ਜਦੋਂ ਮਰਜ਼ੀ ਐਮਰਜੈਂਸੀ ਲਾ ਦੇ, ਜਦੋਂ ਹਟਾ ਦੇ, ਐਂ ਨਹੀਂ ਹੁੰਦਾ। ਜੇ ਉਹਨੇ ਐਮਰਜੈਂਸੀ ਲਾ ਦਿੱਤੀ ਤਾਂ 1 ਮਹੀਨੇ ਦੇ ਵਿੱਚ ਇਜਲਾਸ ਬੁਲਾ ਕੇ ਸੰਸਦ ਤੋਂ ਸਾਰੀ ਪ੍ਰਵਾਨਗੀ ਲੈਣੀ ਹੋਊਗੀ। 18 ਨੰਬਰ ਪ੍ਰਸ਼ਨ, ਅੱਜ ਦੇ ਵੀਡੀਓ ਲੈਕਚਰ ਦਾ ਆਖਰੀ ਪ੍ਰਸ਼ਨ ਹੈ ਜੀ। ਜੇਕਰ ਕਿਸੇ ਰਾਜ ਦਾ ਪ੍ਰਬੰਧ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ ਜਾ ਰਿਹਾ ਤਾਂ ਉੱਥੇ ਕਿਸ ਪ੍ਰਕਾਰ ਦਾ ਸੰਕਟ ਕਾਲ ਲਾਗੂ ਕੀਤਾ ਜਾਂਦਾ ਹੈ? ਮੰਨ ਲਓ ਸੰਵਿਧਾਨ ਦੇ ਵਿੱਚ ਜਿਹੜੀਆਂ ਗੱਲਾਂ, ਆਪਣਾ ਫੈਡਰਲ ਸਿਸਟਮ ਹੈਗਾ, ਆਪਣੇ ਰਾਜ ਦੇ ਵਿੱਚ ਰਾਜ ਸਰਕਾਰਾਂ ਕੰਮ ਕਰਦੀਆਂ, ਕੇਂਦਰ ਦੇ ਵਿੱਚ ਕੇਂਦਰ ਸਰਕਾਰ ਕੰਮ ਕਰਦੀ ਹੈ, ਤੇ ਇਹ ਕਹਿਰੀ ਨਾਗਰਿਕਤਾ ਦੇ ਅਧੀਨ ਆਪਾਂ ਚੱਲ ਰਹੇ ਹਾਂ, ਅਸੀਂ ਇਸ ਦੇਸ਼ ਦੇ ਸੰਵਿਧਾਨ ਦੇ ਅਕੋਰਡਿੰਗ ਚੱਲਦੇ ਹਾਂ। ਪਰ ਕਿਸੇ ਰਾਜ ਦੇ ਵਿੱਚੋਂ ਸੰਵਿਧਾਨ ਦੇ ਪ੍ਰਬੰਧ ਅਨੁਸਾਰ ਸਿਸਟਮ ਨਹੀਂ ਚਲਾਇਆ ਜਾ ਰਿਹਾ। ਮੈਂ ਥੋੜ੍ਹੀ ਜਿਹੀ ਗੱਲ ਤੁਹਾਨੂੰ ਦੱਸਦਾ ਵੀ ਮਤਲਬ ਪੰਜਾਬ ਦੇ ਵਿੱਚ ਬਗਾਵਤ ਉੱਠਦੀ ਆ, ਇੱਥੋਂ ਦੇ ਲੋਕ ਖਾਲਿਸਤਾਨ ਦੀ ਮੰਗ ਕਰਨ ਲੱਗ ਜਾਂਦੇ ਆ, ਹੈ ਨਾ, ਤਾਂ ਫਿਰ ਉਹ ਦੇਸ਼ ਦੇ ਖਿਲਾਫ ਹੋ ਜਾਂਦੀ ਹੈ ਗੱਲ, ਸੰਵਿਧਾਨ ਦੇ ਉਲਟ ਹੋ ਜਾਂਦੀ ਹੈ ਗੱਲ, ਤਾਂ ਉੱਥੇ ਫਿਰ ਸੰਕਟ ਕਾਲ ਦੀ ਸਥਿਤੀ ਪੈ ਜਾਂਦੀ ਹੈ। ਤਾਂ ਉੱਥੇ ਕਿਹੜਾ ਲੱਗੂਗਾ? ਰਾਸ਼ਟਰੀ ਸੰਕਟ ਕਾਲੀਨ, ਸੰਵਿਧਾਨਕ ਸੰਕਟ ਕਾਲ, ਵਿੱਤੀ ਸੰਕਟ ਕਾਲ, ਉਪਰੋਕਤ ਸਾਰੇ। ਦੇਖੋ ਰਾਸ਼ਟਰੀ ਤਾਂ ਲੱਗਦਾ ਨਹੀਂ, ਕੇਂਦਰ ਦੀ ਤਾਂ ਗੱਲ ਹੈ ਨਹੀਂ, ਵਿੱਤੀ ਦੀ ਵੀ ਕੋਈ ਪ੍ਰੋਬਲਮ ਨਹੀਂ, ਸੰਵਿਧਾਨਕ ਸੰਕਟ ਕਾਲ ਲੱਗੂਗਾ, ਸੰਵਿਧਾਨ ਦੇ ਉਲਟ ਚੱਲ ਪਿਆ ਕੰਮ। ਸੋ ਆਪਸ਼ਨ ਨੰਬਰ 2 ਸਹੀ ਹੈ ਜੀ। ਇੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਜਾਣਾ ਵੀ ਲਿਖਿਆ ਜਾ ਸਕਦਾ ਸੀਗਾ, ਉਹ ਵੀ ਠੀਕ ਹੋ ਜਾਂਦਾ। ਸੋ ਆਪਸ਼ਨ ਨੰਬਰ 2 ਸਹੀ ਹੈ ਜੀ। ਸੋ ਦੋਸਤੋ, ਜਿਹੜੇ ਚੈਨਲ 'ਤੇ ਦੋਸਤ ਨਵੇਂ ਨੇ, ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।